सत श्री अकाल, तुसीं वेख रहे हो एवन पंजाबी टीवी ते मैं हां तुहाडे नाल अनीता शर्मा। सब तो पहला नज़र मारदे हां हुण तक दीआं सुर्खियां। सुखपाल सिंह खैरा दे घर सवेरे 7:30 बजे ईडी ਵੱਲੋਂ ਕੀਤੀ गई है रेड। सुखपाल सिंह खैरा दे घर ईडी दी रेड तो बाद उन्हां दे मित्र ने किया बड़ा खुलासा। मनी लॉन्ड्रिंग का केस है। मनी लॉन्ड्रिंग का मतलब होता है प्रोसीड्स ऑफ क्राइम। तो क्राइम तो यही किया इन्होंने। किसान अंदोलन ਨੂੰ ਚਲਦਿਆਂ ਲਗਭਗ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕਾਨੂੰਨ ਰੱਦ ਨਹੀਂ ਕੀਤੇ ਗਏ। ਇਸ ਦੀ ਗੂੰਜ ਯੂਕੇ ਪਾਰਲੀਮੈਂਟ ਵਿੱਚ ਵੀ ਸੁਣਾਈ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੇ ਫੈਸਲੇ ਤੇ ਬੈਂਕ ਕਰਮਚਾਰੀਆਂ ਵੱਲੋਂ ਅੰਮ੍ਰਿਤਸਰ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ। भारत सरकार हाय हाय, नरेंद्र मोदी हाय हाय। आंगनवाड़ी वर्कर यूनियन ਵੱਲੋਂ ਪੰਜਾਬ ਸਰਕਾਰ ਦੀ ਫੂਕੀ ਗਈ ਹੈ ਅਰਥੀ। ਤੇ ਹੁਣ ਪੇਸ਼ ਨੇ ਅੱਜ ਦੇ ਮੁੱਖ ਸਮਾਚਾਰ। ਖਬਰ ਲੈਣੇ ਆ ਚੰਡੀਗੜ੍ਹ ਤੋਂ। ਸੁਖਪਾਲ ਸਿੰਘ ਖੈਰਾ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਅਤੇ ਉਹਨਾਂ ਬਾਰੇ ਹੋਰ ਡਿਟੇਲ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ। ਇਸ ਬਾਰੇ ਹੋਰ ਕੀ ਗੱਲਬਾਤ ਹੋਈ, ਆਓ ਸੁਣਦੇ ਹਾਂ। देखो गल ये कि सवेरे कोई 8 बजे के करीब इन्फोर्समेंट डायरैक्टरेट की काफ़ी वड्डी टीम हैडिड बाय वन लेडी डिप्टी डायरैक्टर, शायद उन्होंने नाम नेहा यादव है, उन्होंने सारे असिस्टेंट डायरैक्टर वगैरह काफ़ी देखो इसका सीधा कारण सानू समझ आता, सारे देश को समझ आता कि जिहड़ा भी आदमी अपनी आवाज़ उठाता इस सरकार के खिलाफ उन्होंने इदा गै किया जाता, उन्होंने डराया जाता, धमकाया जाता। और मेरे नाल बतौर ओपोजिशन पहली बारी नहीं होया। मेरे तो पहला बादलों के सरकार वेले 6-8 परचे दर्ज होए। कैप्टन अमरिंदर सिंह ने जो राणे गुरजीत नूं लवाया उन्हें मेरे ते कई तरह का संगीन NDPS का मुकदमा दर्ज किया। सो मेरे नाल कभी पहली बारी गल नहीं हुई। मैं तुहानूं सिर्फ ये कहना चाहना कि कुछ अफवाह जिद्दां कह रहे हैं कि जी डुप्लीकेट पासपोर्ट मिल गया, इहो जी कोई गल नहीं हैगी। मैं अपनी सारी जिंदगी, मेरे पिता जी स्वर्गवासी सरदार सुखजिंदर सिंह, वी हैव बीन फाइटिंग इनजस्टिस, वी हैव ऑलवेज सपोर्टेड द ट्रूथ, and today also my crusade continues. We have done nothing wrong ever in my life। ਤੇ ਇਸ ਕਰਕੇ ਇਹ ਜਿਹੜੀ ਪਹਿਲੀ ਗੱਲ ਤਾਂ ਇਹ ਅਫਵਾਹਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਕਿ ਜੀ ਡੁਪਲੀਕੇਟ ਪਾਸਪੋਰਟ ਮਿਲ ਗਿਆ, ਇਹਨੂੰ ਕਾਟਾ ਮਾਰ ਦਿਓ ਅੱਛੀ ਸਰ ਹੁਣ ਆ ਜਾਓ ਉੱਥੇ। ਨੋਟਿਸ ਜਿਹੜਾ ਸਰਵ ਕੀਤਾ ਦੈਟ ਇਜ਼ ਅਬਾਊਟ ਮਨੀ ਲਾਂਡਰਿੰਗ। ਠੀਕ ਹੈ, ਹੁਣ ਮਨੀ ਲਾਂਡਰਿੰਗ ਦੇ ਐਕਿਊਜ਼ੇਸ਼ਨ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਦੇਸ਼ ਵਿੱਚ ਇਸ ਗੱਲ ਦੇ ਵਿਰੋਧ ਵਿੱਚ ਉੱਠੇ ਨੇ, ਚਾਹੇ ਉਹ ਤਾਪਸੀ ਪੰਨੂ ਹਾਂ ਜਾਂ ਜਿਹੜੇ ਹੋਰ ਸੈਲੀਬ੍ਰਿਟੀ ਐਕਟਰ ਅਨੁਰਾਗ ਕਸ਼ਯਪ ਆ, ਜਾਂ ਈਵਨ ਜਿਹੜੇ ਪੰਜਾਬ ਦੇ ਅੱਛੇ ਸਿੰਗਰ ਸੀ ਦਿਲਜੀਤ ਦੋਸਾਂਝ ਵਗੈਰਾ, ਜਿਹੜੇ ਲੋਕ ਜਾ ਕੇ ਕਿਸਾਨ ਦੇ ਧਰਨੇ 'ਚ ਜਾ ਕੇ ਉੱਥੇ ਪਾਰਟਿਸਿਪੇਟ ਕਰਦੇ, ਸਭ ਦੇ ਉੱਤੇ ਈਡੀ ਨੇ ਰੇਡ ਕੀਤਾ ਵਾ। ਤੇ ਮੈਂ ਸਮਝਦਾ ਕਿ ਇਸ ਨੂੰ ਮੈਂ ਸਮਝਦਾ ਕਿ ਇਹਦਾ ਮਤਲਬ ਹੈ ਕਿ ਸਰਕਾਰ ਸਾਡੇ ਤੋਂ ਡਰਦੀ ਆ, ਉਹ ਘਬਰਾਉਂਦੀ ਆ ਕਿ ਜੇ ਅਸੀਂ ਆਵਾਜ਼ ਉਠਾਉਂਦੇ ਹਾਂ, ਚਾਹੇ ਉਹ ਨਵਰੀਤ ਦੇ ਕਤਲ ਦੇ ਖਿਲਾਫ ਹੈ, ਡਿਬਡਿਬੇ ਦੇ ਲੜਕੇ ਦੇ, ਚਾਹੇ ਮੈਂ ਯੂਆਪਾ ਦੇ ਕੇਸਿਸ ਲੜੇ, ਚਾਹੇ ਮੈਂ ਕੋਈ ਹੋਰ ਵਿਰੋਧ ਕੀਤਾ ਗਲਤ ਗੱਲ ਦਾ, ਮਾਫੀਆ ਦਾ, ਇਹਦਾ ਮਤਲਬ ਸਾਡੀ ਆਵਾਜ਼ ਸੁਣੀ ਜਾ ਰਹੀ ਪਾਵਰ ਕੋਰੀਡੋਰਸ ਦੇ ਵਿੱਚ। ਔਰ ਅੱਜ ਜਿਹੜਾ ਰੇਡ ਆ ਇਹ ਬਿਲਕੁਲ ਕੁਛ ਆਫਿਸਰਸ ਵੀ ਕੁਛ ਗਲਤ ਨਹੀਂ ਕਰ ਰਹੇ, ਉਹ ਸਿਰਫ ਆਪਣੀ ਡਿਊਟੀ ਕੈਰੀ ਆਊਟ ਕਰ ਰਹੇ ਆ ਉਹਨਾਂ ਨੂੰ, ਕਿਉਂਕਿ ਡਾਕੂਮੈਂਟਸ ਮੇਰੇ ਘਰ ਵਿੱਚ, ਹੁਣ ਮੇਰਾ ਬੇਟਾ ਐਡਵੋਕੇਟ ਹੈ। ਖੈਰਾ ਸਾਹਿਬ, ਇਸ ਤੋਂ ਇਲਾਵਾ ਕਿਹੜੇ ਲੋਕੇਸ਼ਨ ਦੇ ਉੱਤੇ ਹੋ ਰਹੀ ਹੈਗੇ ਤੁਹਾਡੇ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ, ਸਾਡੇ ਦਿੱਲੀ 'ਚ ਵੀ ਹੋ ਰਹੀ ਹੈ? ਟੈਲੀਫੋਨ ਸਾਰੇ ਬੰਦ ਕਰਵਾਤੇ ਨੇ, ਤਾਂ ਮੇਰਾ ਖਿਆਲ ਮੇਰੇ ਆਪਣੇ ਪਿੰਡ ਰਾਮਗੜ੍ਹ ਵੀ ਕਰਾ ਲੈਣ, ਉੱਥੇ ਵੀ ਕਰਾ ਲੈਣ। ਹੁਣ ਮਨੀ ਲਾਂਡਰਿੰਗ ਦੀ ਇੱਕ ਹਾਸੋਹੀਣੀ ਗੱਲ ਸੁਣਿਓ ਜ਼ਰਾ, ਬੜੀ ਅੱਛੀ ਗੱਲ ਆ। ਮਨੀ ਲਾਂਡਰਿੰਗ ਤਾਂ ਉਹ ਕਰਦੇ ਨੇ ਨਾ ਜਿਹੜੇ ਵਪਾਰੀ ਲੋਕ ਹੁੰਦੇ ਨੇ, ਜਿਹੜੇ ਬਹੁਤ ਧਨਵਾਨ ਹੁੰਦੇ ਨੇ, ਜਿਹੜੇ ਬਹੁਤ ਪੈਸੇ ਵਾਲੇ ਹੁੰਦੇ ਨੇ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਕਾਲਾ ਧਨ ਹੁੰਦਾ ਹੈ, ਸਮਝਦੇ ਨਾ ਤੁਸੀਂ। ਅੱਜ ਮੈਂ ਪਹਿਲੀ ਵਾਰੀ ਤੁਹਾਡੇ ਕੋਲ ਕਨਫੈਸ ਕਰ ਰਿਹਾ ਕਿ ਮੇਰੇ ਤੇ ਪਿਛਲੇ 7-8-9 ਸਾਲ ਤੋਂ ਤਕਰੀਬਨ 2 ਕਰੋੜ ਦੀ ਮੈਂ ਐਗਰੀਕਲਚਰ ਲਿਮਿਟ ਚੁੱਕੀ ਹੋਈ ਹੈ, ਔਰ ਉਸ ਲਿਮਿਟ ਨੂੰ ਮੈਂ ਵਾਪਸ ਭਰ ਨਹੀਂ ਪਾ ਰਿਹਾ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ। ਔਰ ਉਸ ਲਿਮਿਟ ਦਾ ਮੈਂ ਹਰ ਸਾਲ ਤਕਰੀਬਨ ਜ਼ਿਆਦਾ ਨਹੀਂ ਤਾਂ 21-22 ਲੱਖ ਰੁਪਇਆ ਮੈਂ ਵਿਆਜ ਦੇ ਰਿਹਾ, ਜਿਹੜਾ ਮੈਨੂੰ ਫਿਰ ਦੁਬਾਰਾ ਆਪਣੇ ਦੋਸਤਾਂ ਕੋਲੋਂ, ਰਿਸ਼ਤੇਦਾਰਾਂ ਕੋਲੋਂ ਫੜ ਕੇ ਦੇਣਾ ਪੈਂਦਾ ਵਾ। ਇਹ ਮੇਰੀ ਫਾਈਨੈਂਸ਼ੀਅਲ, ਔਰ ਦੈਟ ਡਜ਼ਨਟ ਵਰੀ ਮੀ ਐਟ ਆਲ, ਕਿਉਂਕਿ ਆਫਟਰ ਆਲ ਜ਼ਿੰਦਗੀ ਵਿੱਚ ਉਤਰਾਓ ਚੜਾਓ ਚੱਲਦੇ ਰਹਿੰਦੇ ਨੇ। ਪਰ ਮੈਂ ਉਹਦਾ ਤੁਹਾਨੂੰ ਦੱਸਿਆ ਸਿਰਫ ਕਿ ਮੇਰੇ ਤੇ ਤਾਂ ਕਰਜ਼ਾ ਵਾ, ਕਿਉਂਕਿ ਮੈਂ ਕਦੀ ਵੀ ਕੋਈ ਨੰਬਰ 2 ਦਾ ਬਿਜ਼ਨਸ, ਕੋਈ ਨੰਬਰ 2 ਦਾ ਕੰਮ ਜ਼ਿੰਦਗੀ 'ਚ ਨਹੀਂ ਕੀਤਾ, ਆਪਣੀ ਲੈਜੀਟੀਮੇਟ ਇਨਕਮ ਤੋਂ ਹੀ ਸਾਰੀ ਕਮਾਈ ਕੀਤੀ ਆ। ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਮਨੀ ਲਾਂਡਰਿੰਗ ਦਾ ਮੇਰੇ ਤੇ ਕੀ ਪ੍ਰਭਾਵ ਹੋਊਗਾ, ਕੁਛ ਇਹਨਾਂ ਦੀ ਲਿਮਿਟੇਸ਼ਨ ਹੈ। ਵਿਦੇਸ਼ੀ ਫੰਡਸ ਨੂੰ ਲੈ ਕੇ ਵੀ ਕੁਛ ਪੁੱਛਗਿੱਛ ਹੋ ਰਹੀ ਹੈ? ਕੁਛ ਨਹੀਂ ਹੈ, ਦੇयर ਇਜ਼ ਨਥਿੰਗ। ਕੋਈ ਵਿਦੇਸ਼ੀ ਫੰਡ ਫਰਜ਼ ਕਰੋ ਕਿਸੇ ਨੇ ਕੋਈ ਸੁਸਾਈਡ ਡਾਕੂਮੈਂਟ, ਸੁਸਾਈਡ ਫਾਰਮਰਸ ਲਈ ਕੋਈ ਭੇਜੇ ਥੋੜੇ ਬਹੁਤੇ ਪੈਸੇ ਉਹ ਦਿੱਤੇ ਹੋਣਗੇ। ਡਾਕੂਮੈਂਟ ਕਿਹੜੇ ਮੰਗ ਰਹੇ ਨੇ? ਡਾਕੂਮੈਂਟਸ ਇਹਨਾਂ ਨੂੰ ਖੋਲ ਕੇ ਦਿੱਤਾ ਸਾਰਾ ਘਰ, ਜਿੰਨਾ ਮਰਜ਼ੀ ਦੇਖੋ। ਅਗਲੀ ਖਬਰ ਲੈਣੇ ਆ ਚੰਡੀਗੜ੍ਹ ਤੋਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਉਹਨਾਂ ਨੂੰ ਇਸ ਮਾਮਲੇ ਵਿੱਚ ਵਿਟਨੈਸ ਬਣਨ ਲਈ ਕਿਹਾ ਗਿਆ ਸੀ ਅਤੇ इस मामले 'ਚ ਹੋਰ ਕੀ ਗੱਲਬਾत हुई आओ सुनते हैं। तो मुझे फोन आया था कि इन्फोर्समेंट डायरेक्टर ने उनके घर सर्च कर लिया, आप विटनेस बन जाइए। मैं आया था बट वो कहते कि हमें पूरा दिन लगेगा सर्च करने, तो विटनेस को एक बार सर्च शुरू हुए तो हम वापस नहीं जाने देते, तो आप अगर पूरा दिन फ्री हो तभी आप ऑर्डिनरी बाइक। तो मुझे तो मेरे केस लगे हुए हैं कोर्ट में, तो मुझे जाना पड़ा, अब किसी और विटनेस की वेट कर रहे हैं। तो मगर अपेरेंटली मनी लॉन्ड्रिंग का केस है। मनी लॉन्ड्रिंग का मतलब होता है प्रोसीड्स ऑफ क्राइम। तो क्राइम तो यही किया इन्होंने, नवरीत के केस फॉलो कर रहे हैं डिप्टी बास साहब का, उनके जो ग्रैंडसन का है, तो इस देश में आजकल वो क्राइम है। किसान आंदोलन को सपोर्ट करना है तो क्राइम है। तो उस हिसाब से जो बड़ा अच्छी बात है कि जैसे सरकार काम कर रही है, तो कोई बैंक अकाउंट भी सर पूछा गया है, कोई ट्रांजैक्शन भी पूछा गया है कि मनी लॉन्ड्रिंग का उन्होंने एक्ट दिखा दिया, हमें पढ़ा दिया। हाँ। मनी लॉन्ड्रिंग मीन्स होती है कि आप कोई भी प्रोसीड्स ऑफ क्राइम का मनी, प्रॉपर्टी आपके घर है, डॉक्यूमेंट है, कुछ है, तो हमें पूरी पावर है कि हम आपके घर देकर सर्च कर सकते हैं। आप 2 विटनेस बुला लीजिए। अपने विटनेस लाए थे, मगर वो विटनेस क्योंकि सरकारी मुलाजिम है और विटनेस लोकेलिटी से होना चाहिए, तो हमने ऑब्जेक्ट किया, उन्होंने वो मान लिया कि आप अपने बुला लीजिए। नहीं कोई बैंक अकाउंट की डिटेल भी कोई मंगी नहीं है। बैठे भी थे, कुछ भी जारी थी। बेसिकली इतनी वाइड टर्म है मनी लॉन्ड्रिंग कि आपके पास कोई प्रोसीड्स ऑफ क्राइम है, वो अकाउंट्स भी हो सकते हैं, डॉक्यूमेंट भी हो सकते हैं, फिक्स्ड डिपॉजिट भी हो सकते हैं, बैंक अकाउंट्स भी हो सकते हैं, और एक्चुअली गोल्ड, सिल्वर, डायमंड्स कुछ भी हो सकता है। तो उस हिसाब से हमने पूछा था उन्हें कि आप बता सके, आप बता दीजिए हमें, आपके पास किसने कंप्लेंट की है या कोई है। वो कहते हैं कि वो हमने अपने ऑफिसर्स को बतानी होती है, आपको नहीं बतानी होती। आपको हम ये भी नहीं बताएंगे कि हम किस कारण या किस रीज़न हमारे पास क्या है, वो भी हम अपने ऑफिसर्स को बताएंगे। हाँ, कुछ कंप्लेंट है, हमने नंबर दर्ज किया, वो नंबर बता दिया इन्होंने हमें। तो उसके अलावा कोई इन्फॉर्मेशन ऑफिशियली उन्होंने कन्वे नहीं किया। पूरा एनफोर्समेंट डायरेक्टर के सारा स्टाफ इधर है। कितने अधिकारी दिल्ली तो डिप्टी डायरेक्टर है, असिस्टेंट डायरेक्टर है, एंड बाकी सारे ऑफिसर्स उनके पास है उसी डिपार्टमेंट के। बैन साहब जेडी कंप्लेंट की गल की जा रही है या पेपर्स की गल की जा रही है, दिल्ली तो नहीं या फिर सारे चंडीगढ़ तो ही? ये वो कुछ भी बता नहीं रहे, वो एक नंबर बता रहे हैं, जैसे एक FIR का नंबर होता है, वो भी बड़ी मुश्किल से निकला है कि आप कुछ तो दो। ये तो है नहीं कि आपका सपना आया और आप इधर आ गए, कोई कंप्लेंट तो हुई होगी। मैं साहब पहला सम्मन भी इन्होंने भेजे सी, क्या गया कि सम्मन अभी बाद में कहते करेंगे, पहले सर्च तो बिना समझ के आए हैं, सरप्राइज करते हैं अगर, इसलिए आप कहते हैं बाद में समन करेंगे। आ सकते VD की टीम आ सकती बिना सम्मान या बिना किसी जानकारी के? जो सर्च होती है वो ऑथराइजेशन से हो सकती है, मगर उन्हें बताना जरूर होता है, क्योंकि कहा है कि जो आपको कारण है, आपके अंदर कोई इन्फॉर्मेशन आपके पास आई है और आपको वो इन्फॉर्मेशन रिलायबल लगती है और आपके पास रीजन टू बिलीव है कि इनके पास कुछ कंसीलमेंट हो सकती है, कुछ डॉक्यूमेंट हो सकता है, कोई प्रॉपर्टी हो सकती है जिसका किसी क्राइम से लेना देना हो, तो वो सर्च तो कर सकते हैं। सुखपाल खैरा कोऑपरेट कर रहे हैं, सुखपाल खैरा कोऑपरेट तो कर ही रहे हैं, उसमें कोई डाउट ही नहीं है। एक लॉफुल सिटीजन कोऑपरेट क्यों नहीं करेगा? सुखपाल खैरा कह रहे हैं कि केंद्र सरकार के खिलाफ आवाज चक रही थी। ये हो रहा है कि वो कुछ भी बता नहीं रहे। वो हम तो कह रहे थे कि चलो आप, और फिर उन्होंने कहा कि हम मोबाइल ले लेंगे, तो फिर हमें भी कहना पड़ा कि आप, एक तो आपको भी पता मन पे आप अनलॉफुल काम कर रहे हो। अच्छा, उन्होंने मोबाइल जब्त करा। हाँ, आपको भी, क्योंकि हम फिटनेस को बुला रहे थे, तो हमने भी फिर एग्रेसिव होके कहा कि आपको मालूम है जो आप कर रहे हो। सरकार के लिए ऐसा एक इस तरह का स्पाइनलेस ऑफिसर बन जाना और सरकार का पॉलिटिकल रीजन के लिए आप किसी को तंग करना, ये तो आपकी ड्यूटी है नहीं। आपको मालूम है, मगर आप मजबूर हो, आपके पास इतना करेज तो है नहीं। बैंक खाते ये भी किहा ਜਾਂਦਾ ਹੈ कि खैरा जिन्हों बाहर तो फंड्स आंदे रहे ने, उन्हां दी पार्टी दे, यानी कि आम आदमी पार्टी के विधायक भी पहला आरोप लगाते रहे। आरोप तो अभी ये भी नहीं बता रहे ना। हम तो पूछ रहे थे कि आप किसी को जब रेड करते हो, जब अरेस्ट करते हो, ग्राउंड्स तो बताते हो ना, ग्राउंड्स ऑफ अरेस्ट। आप हमारे घर आए हो, गेस्ट बन रहे हो, सर्च कर रहे हो, आप बताओ तो सही इन्फॉर्मेशन क्या है। बाहर से फंड्स आए हैं, यहाँ से फंड्स आए हैं, किसी डकैत से लिंक है आपका, किसी और से लिंक है, ये तो बताओ, कुछ तो बताओ। सब कोई अधिकारी है गल कर रहे हैं कुछ नहीं कर रहे हो, तो सिर्फ सर्च करनी है उन्होंने। हम इसलिए रोका हुआ है कि कम से कम विटनेस तो आप अपने ना लो, अपने साथ ही अपने विटनेस भी ले आए। तो कानून कहता है, जो इन्होंने पढ़ाया कि भाई आपके लोकेलिटी के विटनेस चाहिए, इंडिपेंडेंट तो तभी होंगे। तो मैं तो इनका दोस्त हूँ, उस हिसाब से मैं भी विटनेस नहीं हो सकता।
तो फिर आप लोकेलिटी से विटनेस बुला रहे हैं। बिल्कुल बैन साहब कोई स्पेसिफिक यानी कि सर्च हजे शुरू की नहीं उन्होंने सर्च नहीं कर रहे, अभी तो प्रोसीडिंग हो रही है, ऑब्जेक्शंस ही वो रिमूव कर रहे बिल्कुल, हैं, पूरा दिन अभी हम वाली उन पर डेट दे है, रहे हैं, और बट अभी तक तो सारा ठीक चल रहा है इन द सेंस कि बड़ा सिविलाइज्ड अच्छे तरीके से पूछे जा रहे हैं, हमारे ऑब्जेक्शन वो डील कर रहे हैं, चाहे उनके पास कोई इन्फॉर्मेशन नहीं है और उन्होंने अभी तक ग्राउंड्स नहीं बताए कि आप किस इन्फॉर्मेशन पे, किस एक्विजिशन पे, किस कंप्लेंट पे एक्ट कर रहे हो। आपको ख्याल आया, आपको ड्रीम आया, या आपको किसी ने चिट्ठी लिखी, ऐसा कुछ भी देने को मना कर रहे हैं। यानी कि किसानी अंदोलन के नाल ही हुण जोड़ के पूरा वो कभी मानना नहीं चाहते, उन्हें शर्म आ जाती जब हम कहते हैं कि किसान आंदोलन को आप अंडरमाइन करने के लिए सभी लीडरों को रेड कर रहे हो जो किसान आंदोलन में जी जान से मदद कर रहे हैं और लोगों की मदद कर रहे हैं, और ये तो लीगल डिफेंस ही कर रहे हैं। इन्होंने एक बड़ा अहम केस उठाया है। आफ्टर ऑल एक ही किसान आंदोलन में 26 में एक ही बंदे को गोली लगी है, वो बहुत मेजर एम्बेरसमेंट है सरकार के लिए, और उसको अगर उसको पूरा फॉलो अप कराया, उसका पोस्टमार्टम कराया, उससे उसके सारा केस दर्ज करवाया, दिल्ली हाई कोर्ट में डलवाया, वो सारा खैरा साहब ने कराया, तो वो एक बहुत बढ़िया, क्योंकि उसमें सरकार कह रही है वो रोड एक्सीडेंट है, एक्चुअली वो गोली से लगा, तो उसमें बड़ी मेजर एम्बेरसमेंट होने वाली है कि जो 26 जनवरी के सारे में एक ही गोली लगी है, लगता है कि पुलिस की लगी है, और जो जर्नलिस्ट ने रिपोर्ट दिया उसको भी अरेस्ट किए, जो उनके खिलाफ भी केस दर्ज किया, तो उनको बड़ा कॉन्शियस है। तो हमें तो ऐसा लग रहा है कि सिर्फ नवरीत के केस के कारण ये इन्फोर्समेंट डायरेक्टर एक्टिवेट हुआ है। काम इनका बड़े बड़े स्मगलर्स को, बड़े बड़े नारकोटिक स्मगलर्स को पकड़ना है, उनको जो करोड़ों का सिम्पति है वो कहाँ जाती है, किससे टेररिज्म बढ़ता है, काम तो ये है। अब ये लगा रहे हैं कि नवरीत का केस दर्ज हुआ तो उसके पैसे किसने दिए, इन्होंने दिए वकीलों को, जो उनको दिए, लगता है ये हमें लगता है, ऐसा हमें लगता है, वो अभी कुछ नहीं, वो बता नहीं रहे। ਅਗਲੀ ਖਬਰ ਲੈਣੇ ਆ ਯੂਕੇ ਤੋਂ। ਭਾਰਤੀ ਮੂਲ ਦੇ ਯੂਕੇ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦਾ ਮੁੱਦਾ ਯੂਕੇ ਪਾਰਲੀਮੈਂਟ ਵਿੱਚ ਰੱਖਿਆ। ਉਹਨਾਂ ਆਖਿਆ ਕਿ ਇਹ ਮੁੱਦਾ ਕੇਵਲ ਕਿਸਾਨਾਂ ਦਾ ਜਾਂ ਭਾਰਤ ਦਾ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦਾ ਹੈ। ਅਗਲੀ ਖਬਰ ਲੈਣੇ ਆ ਅੰਮ੍ਰਿਤਸਰ ਤੋਂ। ਯੂਨੀਅਨ ਦੇ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਕੀ ਗੱਲਬਾਤ ਹੋਈ, ਆਓ ਸੁਣਦੇ ਹਾਂ। मैं किशोर सरीन, प्रेजिडेंट PNB स्टाफ यूनियन पंजाब, डिप्टी जनरल सैकटरी पंजाब बैंक एम्पलाइज फेडरेशन, प्रेजिडेंट पंजाब बैंक एम्पलाइज फेडरेशन ਅੰਮ੍ਰਿਤਸਰ यूनिट। ਅੱਜ ਦਾ ਪ੍ਰੋਟੈਸਟ ਜਿਹੜਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਫਾਈਨਾਂਸ ਮਿਨਿਸਟਰ ਨੇ ਜਦੋਂ ਇਹ ਬਜਟ ਪੇਸ਼ ਕੀਤਾ ਹੈ 21-22 ਦਾ, ਉਹਦੇ 'ਚ ਉਹਨੇ ਅਨਾਉਂਸ ਕੀਤਾ ਸੀ ਵੀ ਵੀ ਆਰ ਗੋਇੰਗ ਟੂ ਪ੍ਰਾਈਵੇਟਾਈਜ਼ ਦਾ 2 ਪਬਲਿਕ ਸੈਕਟਰ ਬੈਂਕਸ, ਔਰ ਅੱਜ ਦੀ ਤਰੀਕ ਦੇ ਜਿੰਨੇ ਪਬਲਿਕ ਸੈਕਟਰ ਬੈਂਕਸ ਹੈ, ਕੋਈ ਵੀ ਬੈਂਕ ਜਿਹੜਾ ਘਾਟੇ 'ਚ ਨਹੀਂ ਹੈ, ਸਾਰੇ ਪਬਲਿਕ ਸੈਕਟਰ ਬੈਂਕਸ ਪ੍ਰੋਫਿਟ 'ਚ ਹੈ। ਔਰ ਪਹਿਲਾਂ ਇਹ ਕਿਹਾ ਗਿਆ ਵੀ ਅਸੀਂ ਜਿਹੜੇ ਪ੍ਰੋਫਿਟ ਮੇਕਿੰਗ ਬੈਂਕਸ ਹੈ ਵੱਡੇ, ਪੰਜਾਬ ਨੈਸ਼ਨਲ ਬੈਂਕ ਔਰ ਬੈਂਕ ਆਫ ਬੜੌਦਾ, ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਰਹੇ ਹਾਂ। 2 ਦਿਨਾਂ ਬਾਅਦ ਸਟੇਟਮੈਂਟ ਆ ਗਈ, ਨਹੀਂ ਅਸੀਂ ਉਹਨਾਂ ਨੂੰ ਨਹੀਂ ਕਰ ਰਹੇ, ਅਸੀਂ ਜਿਹੜਾ ਬੈਂਕ ਆਫ ਇੰਡੀਆ ਔਰ ਸੈਂਟਰਲ ਬੈਂਕ ਨੂੰ ਕਰ ਰਹੇ ਹਾਂ। ਫਿਰ ਸਟੇਟਮੈਂਟ ਚੇਂਜ ਹੋ ਗਈ, ਅਸੀਂ ਜਿਹੜਾ ਓਰੀਐਂਟਲ ਇਹ ਜਿਹੜਾ ਬੈਂਕ ਆਫ ਮਹਾਰਾਸ਼ਟਰਾ ਔਰ ਯੂਕੋ ਬੈਂਕ ਨੂੰ ਕਰ ਰਹੇ ਹਾਂ। ਔਰ ਇਸੇ ਦੇ ਵਿੱਚ ਜਿਹੜਾ ਜਦੋਂ ਪਤਾ ਲੱਗਾ, ਅਸੀਂ ਸਰਕਾਰ ਨੂੰ ਅਪਰੋਚ ਕੀਤਾ ਵੀ ਤੁਸੀਂ ਇਹ ਜਿਹੜੀ ਪ੍ਰਾਈਵੇਟਾਈਜ਼ ਦੀ ਸਰਕਾਰ ਨੇ 1969 ਦੇ ਵਿੱਚ ਆਫਟਰ ਜਦੋਂ ਆਪਾਂ ਇੰਡੀਪੈਂਡੈਂਸ ਤੋਂ ਬਾਅਦ, ਜਦੋਂ ਕਿਉਂਕਿ ਭਾਰਤ ਜਿਹੜੀਆਂ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਜਿਹੜੀ ਹੈ ਉਹ 4-5 ਜਿਹੜੇ 562 ਜਿਹੜੀਆਂ ਰਿਆਸਤਾਂ ਸੀ ਉਹਨਾਂ ਦੇ ਹੱਥਾਂ 'ਚ ਸਾਰੀ ਕੈਪੀਟਲ ਉਹ ਕੰਟਰੋਲ ਕਰਦੀਆਂ ਸੀ। ਉਸ ਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਆਈ, ਉਹਨਾਂ ਨੇ ਜਿਹੜਾ ਬੈਂਕਾਂ ਦਾ 1969 ਦੇ ਵਿੱਚ ਨੈਸ਼ਨਲਾਈਜ਼ ਕੀਤਾ, ਸਾਰੇ ਬੈਂਕਸ ਨੇ ਪ੍ਰਾਈਵੇਟਾਈਜ਼ ਸੀ, ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ, ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਸੀ ਉਹ ਦੇ ਵਰ ਨੋਟ ਕੈਟਰਿੰਗ ਟੂ ਦਾ ਜਨਰਲ ਪਬਲਿਕ, ਉਹ ਪਬਲਿਕ ਨੂੰ ਨਹੀਂ ਕਰ ਰਹੇ ਸੀ, ਉਹ ਦੇ ਵਰ ਪਰਫਾਰਮਿੰਗ ਕਲਾਸ ਬੈਂਕਿੰਗ ਫੰਕਸ਼ਨ, ਮਾਸ ਬੈਂਕਿੰਗ ਨੂੰ ਉਹ ਰਿਪਰੈਜ਼ੈਂਟ ਨਹੀਂ ਕਰ ਰਹੇ ਸੀ। ਔਰ ਉਹ ਸਰਕਾਰ ਨੇ ਵੇਖਦੇ ਆ ਕਿ ਗੌਰਮੈਂਟ ਦੀਆਂ ਪਾਲਿਸੀਜ਼ ਆ, ਕੋਈ ਜਿਹੜੀਆਂ ਪਬਲਿਕ ਜਿਹੜੀਆਂ ਸੋਸ਼ਲ ਰਿਸਪੌਂਸਿਬਿਲਿਟੀਜ਼ ਆ ਸਰਕਾਰ ਦੀਆਂ, ਉਹਨਾਂ ਨੂੰ ਪੂਰੀਆਂ ਨਹੀਂ ਕਰਦੀਆਂ ਸੀ। ਸਰਕਾਰ ਨੇ ਜਿਹੜੇ ਪ੍ਰਾਈਵੇਟ ਬੈਂਕ ਸੀ ਸਾਰਿਆਂ ਨੂੰ ਜਿਹੜਾ ਨੈਸ਼ਨਲਾਈਜ਼ ਕੀਤਾ। ਅੱਜ ਸਰਕਾਰ ਮੋਦੀ ਗੌਰਮੈਂਟ 2014 ਨੂੰ ਇਹਨਾਂ ਨੇ ਜਦੋਂ ਸਰਕਾਰ ਨੇ ਦੁਬਾਰਾ ਇਹਨਾਂ ਨੂੰ ਕੀਤਾ, ਪਾਵਰ 'ਚ ਆਏ ਹੈ, ਉਸੇ ਦਿਨ ਤੋਂ ਹੀ ਇਹਨਾਂ ਸਰਕਾਰ, ਕਿਉਂਕਿ ਜਿਹੜੀ ਹੈ ਸਰਕਾਰ ਇਟ ਇਜ਼ ਏ ਗੌਰਮੈਂਟ ਆਫ ਦਾ ਕਾਰਪੋਰੇਟ, ਫਾਰ ਦਾ ਕਾਰਪੋਰੇਟ ਐਂਡ ਬਾਈ ਦਾ, ਇਹਨਾਂ ਨੇ ਸਰਕਾਰ ਨੇ ਜਿੰਨੇ ਪਬਲਿਕ ਜਿਹੜੇ ਸੈਕਟਰ ਸੀ, ਪ੍ਰੋਫਿਟ ਮੇਕਿੰਗ ਸੈਕਟਰ ਸੀ, ਸਾਰਿਆਂ ਨੂੰ ਜਿਹੜਾ ਨਾ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਇਹਨਾਂ ਨੇ ਵੇਚਣਾ ਸ਼ੁਰੂ ਕਰਤਾ ਇਨ ਦਾ ਨੇਮ ਆਫ ਡਿਸਇਨਵੈਸਟਮੈਂਟ। ਔਰ ਪਬਲਿਕ ਜਿਹੜੀ ਆ ਨਾ ਉਹ ਗੌਰਮੈਂਟ ਜਿਹੜੀ ਇਕੁਇਟੀ ਉਹਨੂੰ ਜਿਹੜਾ ਨਾ ਘਟਾਇਆ ਜਾ ਰਿਹਾ ਸੀ। ਅਸੀਂ ਜਿਹੜਾ ਬੈਂਕਸ ਨੂੰ ਕਿਹਾ, ਬੈਂਕਸ ਨੇ ਜਿਹੜਾ ਉਹਦੇ 'ਚ ਕੋਈ ਧਿਆਨ ਨਹੀਂ ਕੀਤਾ, ਔਰ ਅਸੀਂ ਉਹਦੇ ਜਿਹੜੀ ਆ ਉਹ ਆਪਣੀ ਜਿਹੜੀ ਇੱਕ ਗੌਰਮੈਂਟ ਨੂੰ ਇੱਕ ਚੇਤਾਵਨੀ ਦਿੰਦੇ ਆ, ਅਸੀਂ ਡਿਫਰੈਂਟ ਜਿਹੜੇ ਆ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ, ਜਿਹਦੇ 'ਚ 9 ਯੂਨੀਅਨ ਜਿਹੜੀ ਆ ਉਹ ਇਕੱਠੀਆਂ, ਔਰ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦਾ ਨਾਂ ਦਿੱਤਾ ਗਿਆ। ਉਹਦੇ 'ਚ 4 ਆਫਿਸਰ ਐਸੋਸੀਏਸ਼ਨ, 5 ਬੈਂਕ ਜਿਹੜੀਆਂ ਵਰਕਮੈਨ ਦੀ ਐਸੋਸੀਏਸ਼ਨ, 5 ਨੇ ਇੱਕ ਡਿਸੀਜਨ ਲੈ ਪਏ ਅਸੀਂ ਜਿਹੜੀ ਗੌਰਮੈਂਟ ਨੂੰ ਟੂ ਵੈਂਟੀਲੇਟ ਆਵਰ ਗ੍ਰੀਵੈਂਸਿਸ, ਟੂ ਵੈਂਟੀਲੇਟ ਆਵਰ ਐਂਗਰ ਟੂਵਰਡਸ ਦਿਸ ਪਾਲਿਸੀ ਆਫ ਦਾ ਗੌਰਮੈਂਟ ਆਫ ਇੰਡੀਆ ਟੂ ਪ੍ਰਾਈਵੇਟਾਈਜ਼ ਦਾ ਪਬਲਿਕ ਸੈਕਟਰ ਬੈਂਕਸ। ਉਹਦੇ 'ਚ ਅਸੀਂ ਜਿਹੜਾ ਪਹਿਲਾਂ ਇਹਨਾਂ ਨੂੰ ਸਰਕਾਰ ਨੂੰ ਅਸੀਂ ਮਾਸਕ ਬੀਅਰਿੰਗ ਕੀਤੀ, ਔਰ ਫਿਰ ਅਸੀਂ ਟਵਿੱਟਰ 'ਚ ਵੀ ਕੀਤੇ, ਅਸੀਂ ਗੌਰਮੈਂਟ ਨੂੰ, ਪ੍ਰਾਈਮ ਮਿਨਿਸਟਰ ਨੂੰ ਅਸੀਂ ਆਪਣੇ ਜਿਹੜੇ ਆ ਮੈਮੋਰੈਂਡਮ ਵੀ ਸਰਵ ਕੀਤੇ, ਔਰ ਉਸ ਤੋਂ ਬਾਅਦ ਵੀ ਸਰਕਾਰ ਜਿਹੜੀ ਆਪਣੇ ਨਹੀਂ ਹਟੀ। ਫਿਰ ਅਸੀਂ ਜਿਹੜੀ ਉਹਦੇ ਇਹ ਕਰਦੇ ਆ ਅੱਜ ਸੰਕੇਤਿਕ ਧਰਨਾ ਅਸੀਂ ਆਲ ਓਵਰ ਇੰਡੀਆ ਦੇ ਵਿੱਚ ਡਿਫਰੈਂਟ ਸੈਂਟਰਸ ਦੇ ਉੱਪਰ ਅੱਜ ਧਰਨਾ ਦਿੱਤਾ ਜਾ ਰਿਹਾ।
ਪੰਜਾਬ ਵਿੱਚ ਵੀ 6 ਮੇਜਰ ਸਿਟੀਜ਼ ਬਠਿੰਡਾ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਇਹਨਾਂ ਸਿਟੀਜ਼ ਦੇ ਉੱਪਰ ਅੱਜ ਧਰਨਾ ਦਿੱਤਾ ਜਾ ਰਿਹਾ ਔਰ ਸਰਕਾਰ ਨੂੰ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਵੀ ਤੁਸੀਂ ਪਬਲਿਕ ਸੈਕਟਰ ਬੈਂਕਸ ਜਿਹੜਾ ਉਹਨੂੰ ਸਟੇਟਸ ਨੂੰ ਨਾ ਚੇਂਜ ਕੀਤਾ ਜਾਵੇ, ਇਹਦਾ ਸਟੇਟਸ ਕੋ ਰੱਖਿਆ ਜਾਵੇ, ਪਬਲਿਕ ਸੈਕਟਰ ਨੂੰ ਪਬਲਿਕ ਸੈਕਟਰ ਹੀ ਦਿੱਤਾ ਜਾਵੇ, ਪ੍ਰਾਈਵੇਟ ਜਿਹੜਾ ਨਾ ਕੀਤਾ ਜਾਵੇ। ਕਿਉਂਕਿ ਜਿਹੜੇ ਪ੍ਰਾਈਵੇਟ ਸੈਕਟਰ ਅਸੀਂ ਅੱਜ ਦੇਖ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਜੋ ਪੁਰਾਣਾ ਟ੍ਰੈਂਡ ਚੱਲ ਰਿਹਾ, ਕੋਈ ਵੀ ਜਿਹੜੇ ਪ੍ਰਾਈਵੇਟ ਬੈਂਕਸ ਜਿਹੜੇ ਆ ਉਹ ਸਾਰੇ ਬੈਂਕਾਂ ਨੇ ਲੋਕਾਂ ਦਾ ਪੈਸਾ ਖਾਧਾ ਹੀ ਹੈ, ਚਾਹੇ ਉਹ PMC ਬੈਂਕ ਘਟਾਲਾ ਹੋਇਆ ਜਿਹੜਾ ਬੰਬੇ ਦੇ ਵਿੱਚ ਉਹਦੇ ਵੀ ਜਿਹੜਾ ਨਾ ਪ੍ਰਾਈਵੇਟ ਬੈਂਕ ਨੇ ਕੀਤਾ। ਔਰ ਸਰਕਾਰ ਜਿਹੜੀ ਕੀ ਕਰ ਰਹੀ ਪਬਲਿਕ ਸੈਕਟਰ ਬੈਂਕਸ ਦਾ ਜਿੰਨਾ ਪੈਸਾ ਹੈ ਪਹਿਲਾਂ ਕਾਰਪੋਰੇਟ ਨੂੰ ਜਿਹੜਾ ਉਹ ਲੋਨ ਕਰਦੀ ਹੈ, ਉਸ ਤੋਂ ਬਾਅਦ ਉਹਨੂੰ ਜਿਹੜਾ ਲੋਨ ਜਦੋਂ NPA ਚੱਲ ਜਾਂਦਾ ਹੈ ਫਿਰ ਉਹਨਾਂ ਨਾਲ ਬੈਠ ਕੇ ਉਹਨੂੰ ਰੀਕਨਸਾਈਲ ਕਰਦੀ ਹੈ, ਉਹਨੂੰ ਕਰਕੇ ਉਹਨੂੰ ਜੋ ਸੈਟਲ ਕੀਤਾ ਜਾਂਦਾ ਹੈ, ਸੈਟਲ ਕਰਕੇ ਫਿਰ ਦੁਬਾਰਾ ਹੁਣ ਗਵਰਨਮੈਂਟ ਦੀ ਪਾਲਿਸੀ ਹੈ ਵੀ ਬੈਂਕ ਨੂੰ ਘਾਟੇ ਸ਼ੋਅ ਕਰਕੇ ਜਿੰਨਾ ਪੈਸਾ ਜਿਹੜਾ ਸਰਕਾਰ ਦਾ ਜਿਹੜਾ ਉਹ ਜਿਹੜਾ ਬੈਂਕਸ ਨੂੰ ਜਿਹੜਾ ਉਹ ਪ੍ਰਾਈਵੇਟਾਈਜ਼ ਕੀਤਾ ਜਾਵੇ। ਬੈਂਕ ਨੂੰ ਇੱਕ ਤਰ੍ਹਾਂ ਦੀ ਜਿਹੜੀ ਹੈ ਜਿੰਨੇ ਬੈਂਕਸ ਜਿਹੜੇ ਆ ਉਹ ਸਾਰੇ ਪ੍ਰੋਫਿਟ ਮੇਕਿੰਗ ਬੈਂਕ ਔਰ ਸਰਕਾਰ ਨੂੰ ਇਨ ਦਾ ਸ਼ੇਪ ਆਫ ਡਿਵੀਡੈਂਡ ਅਸੀਂ ਹਰ ਸਾਲ ਜਿਹੜਾ ਅਸੀਂ ਬੈਂਕਸ ਦਾ ਪ੍ਰੋਫਿਟ ਜਿਹੜਾ ਉਹ ਸਰਕਾਰ ਨੂੰ ਇਨ ਦਾ ਸ਼ੇਪ ਆਫ ਡਿਵੀਡੈਂਡ ਦਿੰਦੇ ਆ। ਜਿੰਨੇ ਵੀ ਪਬਲਿਕ ਸੈਕਟਰ ਅੰਡਰਟੇਕਿੰਗਸ ਹੈ ਸਾਰੀਆਂ ਪਹਿਲਾਂ ਪ੍ਰੋਫਿਟ 'ਚ ਸੀ, ਹੌਲੀ ਹੌਲੀ ਕਰਕੇ ਸਰਕਾਰ ਦੀਆਂ ਪਾਲਿਸੀਆਂ ਨੇ ਜਿੰਨੇ ਪਬਲਿਕ ਸੈਕਟਰ ਬੈਂਕਸ ਹੈ ਔਰ ਜਿੰਨੀਆਂ ਪ੍ਰਾਈਵੇਟ ਅੰਡਰਟੇਕਿੰਗਸ ਹੈ ਪਬਲਿਕ ਸੈਕਟਰ ਅੰਡਰਟੇਕਿੰਗ ਸਾਰਿਆਂ ਨੂੰ ਘਾਟੇ 'ਚ ਪਹੁੰਚਾ ਦਿੱਤਾ ਗਿਆ। ਸਰਕਾਰ ਦੀ ਪਾਲਿਸੀਆਂ ਕਰਕੇ ਸਾਰੇ ਪਬਲਿਕ ਸੈਕਟਰ ਅੰਡਰਟੇਕਿੰਗਸ ਜਿਹੜੀਆਂ ਉਹ ਜਿਹੜੀਆਂ ਘਾਟੇ ਜਾ ਗਈਆਂ ਔਰ ਸਰਕਾਰ ਨੇ ਹੌਲੀ ਹੌਲੀ ਕਰਕੇ ਜਿੰਨੇ ਪਬਲਿਕ ਸੈਕਟਰ ਅੰਡਰਟੇਕਿੰਗ ਸੀ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨਾ ਸ਼ੁਰੂ ਕਰਤਾ। ਅੱਜ ਅਸੀਂ ਇਹ ਧਰਨੇ 'ਚ ਬੈਠੇ ਹਾਂ, ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਪਬਲਿਕ ਸੈਕਟਰ ਨੂੰ ਪਬਲਿਕ ਸੈਕਟਰ ਦਿੱਤਾ ਜਾਵੇ ਔਰ ਇਹਨੂੰ ਜਿਹੜਾ ਪ੍ਰਾਈਵੇਟ ਨਾ ਕੀਤਾ ਜਾਵੇ। ਔਰ ਜਿਹੜੇ ਪ੍ਰਾਈਵੇਟ ਬੈਂਕਸ ਹੈ ਅਸੀਂ ਇਹ ਵੀ ਡਿਮਾਂਡ ਕਰਦੇ ਹਾਂ ਉਹਨਾਂ ਨੂੰ ਵੀ ਜਿਹੜਾ ਪਬਲਿਕ ਸੈਕਟਰ ਦੇ ਵਿੱਚ ਲਿਆਂਦਾ ਜਾਵੇ, ਚਾਹੇ ਉਹ HDFC ਬੈਂਕ ਹੈ ਜਾਂ ICICI ਬੈਂਕ ਹੈ, ਇਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਇਹ ਪਬਲਿਕ ਸੈਕਟਰ ਦੇ ਵਿੱਚ ਇਹਨਾਂ ਨੂੰ ਜਿਹੜਾ ਕੀਤਾ ਜਾਵੇ। ਅਸੀਂ 15 ਔਰ 16 ਤਰੀਕ ਨੂੰ 2 ਦਿਨ ਦੀ ਸਟ੍ਰਾਈਕ ਦੀ ਕਾਲ ਦਿੱਤੀ ਹੈ। ਅਗਰ ਸਰਕਾਰ ਨੇ ਆਪਣੀਆਂ ਜਿਹੜੀਆਂ ਇਹ ਸਾਡੀਆਂ ਡਿਮਾਂਡਸ ਨੂੰ ਨਾ ਮੰਨਿਆ, ਪਬਲਿਕ ਸੈਕਟਰ ਨੂੰ ਜਿਹੜਾ ਵੇਚਣਾ ਸ਼ੁਰੂ ਕਰਤਾ, ਪ੍ਰਾਈਵੇਟਾਈਜ਼ ਕਰਨਾ ਸ਼ੁਰੂ ਕਰਤਾ, ਵੀ ਵਿਲ ਬੀ ਕੰਪੈਲਡ ਵੀ ਅਸੀਂ ਜਿਹੜਾ ਨਾ ਇੱਕ ਇਨਡੈਫੀਨਿਟ ਸਟ੍ਰਾਈਕ ਜਾਵਾਂਗੇ 15 ਔਰ 16 ਤਰੀਕ ਨੂੰ। ਅੱਜ ਜਿਹੜੀ ਅੱਜ ਧਰਨਾ ਜਿਹੜਾ ਕਿਉਂਕਿ ਲੀਡਰਸ਼ਿਪ ਇਹਦੀ 'ਚ ਅਵੇਲੇਬਲ ਸਾਰੀ ਅੱਜ ਜਿੰਨੀ ਲੋਕਲ ਲੀਡਰ ਹੈ ਅੱਜ ਸਾਰੇ ਬੈਂਕਾਂ ਦੇ ਲੀਡਰ ਇੱਥੇ ਬੈਠੇ ਆ। 15 ਔਰ 16 ਤਰੀਕ ਨੂੰ ਜਿਹੜੀ ਉਹ ਸਟ੍ਰਾਈਕ ਹੋਏਗੀ, ਕੋਈ ਵੀ ਅੰਮ੍ਰਿਤਸਰ 'ਚ ਬੈਂਕ ਕੋਈ ਵੀ ਨੋਟ ਇਵਨ ਸਿੰਗਲ ਬੈਂਕ ਨਾ ਕੋਈ ਬ੍ਰਾਂਚ ਖੁੱਲੇਗੀ ਨਾ ਇੰਪਲਾਈ ਜਿਹੜਾ ਬੈਂਕ ਜੁਆਇਨ ਕਰੇਗਾ। ਹਿੰਦੁਸਤਾਨ ਦੇ ਵਿੱਚ ਵੀ ਸਾਰੇ ਬੈਂਕਸ ਜਿਹੜੇ ਟੋਟਲ ਬੈਂਕਿੰਗ ਇੰਡਸਟਰੀ ਜਿਹੜੀ ਹੈ ਪਬਲਿਕ ਸੈਕਟਰ ਬੈਂਕ ਸਾਰੇ ਬੰਦ ਰਹਿਣਗੇ। ਔਰ ਅਗਰ ਇਸ ਸਰਕਾਰ ਨੇ ਨਾ ਸਾਡੀ ਗੱਲਾਂ ਦੀ ਧਿਆਨ ਕੀਤਾ ਔਰ ਜੇ ਇਹ ਆਪਣੀ ਮੂਵ ਨੂੰ ਜਾਰੀ ਰੱਖਿਆ ਅਸੀਂ ਜਿਹੜੀ ਨਾ ਇਨਡੈਫੀਨਿਟ ਸਟ੍ਰਾਈਕ ਕਰਾਂਗੇ ਔਰ ਇਸ ਜਿਹੜੀ ਇਕਨੋਮੀ ਨੂੰ ਜੋ ਨੁਕਸਾਨ ਹੋਏਗਾ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਭਾਰਤ ਸਰਕਾਰ ਹੋਏਗੀ। ਅਗਲੀ ਖਬਰ ਲੈਣੇ ਆ ਹੁਸ਼ਿਆਰਪੁਰ ਤੋਂ। ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਂਗਨਵਾੜੀ ਵਰਕਰਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਬਿਲਕੁਲ ਬੇਕਾਰ ਬਜਟ ਹੈ। ਇਸ ਬਾਰੇ ਉਹਨਾਂ ਹੋਰ ਕੀ ਆਖਿਆ ਆਓ ਸੁਣਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਆਲ ਪੰਜਾਬ ਆਂਗਨਵਾੜੀ ਯੂਨੀਅਨ ਦੀ ਸੂਬਾ ਕਮੇਟੀ ਜੋ ਸਾਡੇ ਭੈਣ ਜੀ ਹਰਗੋਬਿੰਦ ਕੌਰ ਉਹਨਾਂ ਦੀ ਯੂਨੀਅਨ ਦੀ ਮੈਂਬਰ ਆ ਤੇ ਮੈਂ ਅੱਜ ਇਸ ਸਰਕਾਰ ਨੇ ਜੋ ਨਵਾਂ ਬਜਟ ਪੇਸ਼ ਕੀਤਾ ਹੈ, ਪਹਿਲਾਂ ਤਾਂ ਸਾਨੂੰ ਅਕਤੂਬਰ ਦੇ ਵਿੱਚ ਜਿਹੜੇ ਲਾਰੇ ਲਾਏ ਸੀ ਇਹਨਾਂ ਨੇ, ਜੋ ਸਾਡੇ ਮੋਦੀ ਸਾਹਿਬ ਨੇ ਪੈਸੇ ਵਧਾਏ ਸੀਗੇ ਉਹ ਸਾਨੂੰ ਕੈਪਟਨ ਨੇ ਨਹੀਂ ਵਧਾਏ। ਪਹਿਲਾਂ ਤਾਂ ਉੱਥੇ ਹੀ ਸਾਡੇ ਇਹਨਾਂ ਨੇ ਬਹੁਤ ਸਾਡੇ ਪੈਸੇ ਦੱਬ ਕੇ ਬੈਠੀ ਸਰਕਾਰ, ਉਹ ਪੈਸੇ ਸਾਡੇ ਰਿਲੀਜ਼ ਨਹੀਂ ਕੀਤੇ, ਦਿੱਤੇ ਨਹੀਂ, ਸਾਨੂੰ ਨਵੇਂ ਬਜਟ ਦਾ ਆਸ਼ਵਾਸਨ ਦਿੰਦੇ ਰਹੇ। ਨਵਾਂ ਬਜਟ ਆ ਗਿਆ ਜੀ, ਨਵੇਂ ਬਜਟ ਦੇ ਵਿੱਚ ਇਹਨਾਂ ਨੇ ਸਾਨੂੰ ਅੱਖ ਖੋਲ ਕੇ ਦੇਖਿਆ ਵੀ ਨਹੀਂ, ਸਾਡੀ ਕਿਤੇ ਗੱਲ ਵੀ ਨਹੀਂ ਕੀਤੀ। ਇਹਨਾਂ ਨੇ ਸਾਡੇ ਤੋਂ ਸਾਰੇ ਜ਼ਮਾਨੇ ਦਾ ਕੰਮ ਲੈਂਦੇ ਇਹ, ਜਿੰਨਾ ਸਾਨੂੰ ਹੁਕਮ ਦੇ ਦਿੰਦੇ ਆ 5 ਮਿੰਟਾਂ ਦੇ ਵਿੱਚ ਰਿਪੋਰਟਾਂ ਬਣਾਉਣ ਨੂੰ, ਸਾਨੂੰ ਚੱਪਲ ਨਹੀਂ ਪਾਉਣੀ। ਹਰ ਮਹਿਕਮੇ ਦਾ ਟਰਾਂਸਪੋਰਟ ਦਾ ਜਿੱਥੇ ਬੰਦੇ ਵੀ ਕੰਮ ਕਰਦੇ ਆ ਉੱਥੇ ਵੀ ਸਾਨੂੰ ਭੇਜ ਦਿੰਦੇ ਆ। ਕੰਮ ਅਸੀਂ ਸਭ ਦਾ ਕਰਦੇ ਆ ਲੇਕਿਨ ਪੈਸਾ ਸਾਨੂੰ ਕੋਈ ਨਹੀਂ ਦਿੰਦਾ। ਠੀਕ ਹੈ ਜੀ, ਅੱਜ ਅਸੀਂ ਕਰੋਨਾ ਟਾਈਮ ਦੇ ਵਿੱਚ ਤਾਂ ਅਸੀਂ ਇੱਕ ਦਿਨ ਨਹੀਂ ਆਪਣੇ ਘਰ ਬੈਠ ਕੇ ਦੇਖਿਆ, ਸਾਨੂੰ ਬਿਮਾਰੀ ਦਾ ਡਰ ਨਹੀਂ ਸੀ, ਸਾਨੂੰ ਸਾਡੀ ਜਾਨ ਦੀ ਕੋਈ ਸੇਫਟੀ ਨਹੀਂ, ਸਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਸਰਕਾਰ ਨੇ ਰੱਖਿਆ ਆਪਣੇ ਨਾਲ। ਤੇ ਅੱਜ ਇਸ ਗੱਲ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਸਾਡੇ ਅੱਜ ਸਰ ਇਹ ਬਜਟ ਜਿਹੜਾ ਅੱਜ ਇਹਨਾਂ ਨੇ ਬਜਟ ਦਿੱਤਾ ਨਾ ਸਾਨੂੰ, ਬਜਟ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਸਾਨੂੰ 1 ਰੁਪਈਆ ਨਹੀਂ ਸਾਨੂੰ ਸਾਡੇ ਵੱਲ ਕੀਤਾ, ਸਾਨੂੰ ਕੋਈ ਪੈਸਾ ਨਹੀਂ ਦਿੱਤਾ। ਸੋ ਉਸ ਚੀਜ਼ ਨੂੰ ਲੈ ਕੇ ਉਹਨਾਂ ਦੇ ਇਸ ਫੈਸਲੇ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਆਕਰੋਸ਼ ਦੇ ਵਿੱਚ ਹਾਂ ਤੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹਾਂ। ਅਸੀਂ ਇਹਨਾਂ ਫੈਸਲਿਆਂ ਦੇ ਵਿਰੁੱਧ ਹਾਂ ਤੇ ਅੱਜ ਅਸੀਂ ਇਹਨਾਂ ਬਜਟ ਦੀਆਂ ਕਾਪੀਆਂ ਨੂੰ ਫੂਕਣ ਆਏ ਆ ਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਣ ਆਏ ਆ। ਇਹ ਪੁਤਲਾ ਅਸੀਂ ਫੂਕਦੇ ਰਵਾਂਗੇ, ਇਹ ਅਸੀਂ ਜੋ ਵੀ ਸਾਡਾ ਹੈ ਅਸੀਂ ਕਰਦੇ ਰਵਾਂਗੇ, ਉਦੋਂ ਤੱਕ ਕਰਦੇ ਰਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਸਾਨੂੰ ਸਰਕਾਰੀ ਮੁਲਾਜ਼ਮ ਦਾ ਜਿਹੜਾ ਅਹੁਦਾ ਆ ਉਹ ਨਹੀਂ ਦਿੱਤਾ ਜਾਂਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਮਹਿਲਾ ਸਸ਼ਕਤੀਕਰਨ ਨੂੰ ਉੱਚਾ ਚੁੱਕਣ ਵਾਲਾ। ਉੱਚਾ ਚੁੱਕਣ ਵਾਲਾ ਤੁਸੀਂ ਦੱਸ ਦਿਓ ਕਿੱਥੇ ਉੱਚਾ ਚੁੱਕਣ ਵਾਲਾ? ਕੋਈ ਉੱਚਾ ਚੁੱਕਣ ਵਾਲਾ ਨਹੀਂ ਆ। ਅਸੀਂ ਮਹਿਲਾ ਆ, ਇਹ ਸਾਰੀਆਂ ਮਹਿਲਾ ਆ, ਇਹਨਾਂ ਚੋਂ ਕਿਸੇ ਨੂੰ ਵੀ ਪੁੱਛ ਲਓ ਤੁਸੀਂ ਕੀ ਸਾਡੇ ਲਈ ਕੀਤਾ। ਉਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ। ਇੱਕ ਸਰਕਾਰੀ ਬੱਸਾਂ 'ਚ ਸਾਡਾ ਫ੍ਰੀ ਕਰ ਦਿੱਤਾ
ਤੇ ਉਹ ਸਰਕਾਰੀ ਬੱਸਾਂ ਜੀ ਵੀ ਤਾਂ ਹੀ ਫ੍ਰੀ ਹੈ ਜੇ ਬੱਸਾਂ ਰੁਕਣੀਆਂ ਹੀ ਨਹੀਂ। ਲਾਸਟ ਟਾਈਮ ਤੇ ਤੁਸੀਂ ਪਹਿਲੇ ਲਿਖ ਲਓ ਜਿਨ੍ਹਾਂ ਨੇ ਪਾਸ ਵਗੈਰਾ ਬਣਾਏ ਹੁੰਦੇ ਸੀ ਬੱਸਾਂ ਤਾਂ ਉਹਨਾਂ ਲਈ ਰੁਕਦੀਆਂ ਸੀ ਹੈਨਾ। ਤੇ ਅੱਜ ਬੱਸਾਂ ਕਿੱਥੇ ਰੁਕ ਜੂਗੀਆਂ? ਬੱਸਾਂ ਲਈ ਕੀਤਾ ਹੈ ਬੱਸਾਂ ਤਾਂ ਅੱਬਲ ਤਾਂ ਚੱਲਦੀਆਂ ਨਹੀਂ, ਰੋਡਵੇਜ਼ ਦੀਆਂ ਬੱਸਾਂ ਦਾ ਕੋਈ ਮਾਇਨਾ ਹੈ ਹੀ ਨਹੀਂ। ਤੇ ਜਦੋਂ ਲੇਡੀਜ਼ ਚੜੂਗੀ ਤਾਂ ਬੱਸ ਤਾਂ ਅਗਲੇ ਨੇ ਪਹਿਲੇ ਨਠਾ ਲੈਣੀ। ਸਟੂਡੈਂਟ ਲਈ ਕੀਤਾ, ਸਟੂਡੈਂਟ ਬੱਸ ਪਾਸ ਬਣਾਉਂਦੇ ਸੀ ਤਾਂ ਕਿਸੇ ਨੇ ਬੱਸ ਰੋਕੀ ਨਹੀਂ। ਅੱਜ ਇਹ ਕਾਨੂੰਨ ਬਣਾਤਾ, ਅੱਜ ਕਿੱਥੋਂ ਇਹ ਰੋਕ ਦੂਗੇ? ਸਾਨੂੰ 3 ਸਾਲ ਪਹਿਲੇ ਇਹਨਾਂ ਨੇ ਵਧੇ ਹੋਏ ਪੈਸੇ ਕਿਹਾ ਸੀ, ਉਹ ਅੱਜ ਹਲੇ ਤੱਕ ਨਹੀਂ ਰਿਲੀਜ਼ ਕੀਤੇ ਇਹਨਾਂ ਨੇ। ਅਰੁਣਾ ਚੌਧਰੀ ਮੈਡਮ ਨੇ ਥੋੜੇ ਦਿਨ ਪਹਿਲਾਂ ਸਾਡੇ ਨਾਲ ਮੀਟਿੰਗ ਕੀਤੀ ਕਿ ਬਜਟ ਦੇ ਵਿੱਚ ਜਦੋਂ ਬਜਟ ਤੈਅ ਹੋਣਾ ਆ ਤੁਹਾਡੇ ਲਈ, ਅਸੀਂ ਤੁਹਾਡੇ ਲਈ ਖੜੇ ਆ, ਤੁਹਾਡੇ ਜਿਹੜੇ ਪੈਸੇ ਵਧੇ ਹੋਏ ਸੀ ਉਹਨੂੰ ਵੀ ਰਿਲੀਜ਼ ਕਰਾਂਗੇ, ਤੁਹਾਡੀਆਂ ਤਨਖਾਹਾਂ ਵੀ ਵਧਾਵਾਂਗੇ, ਤੁਹਾਨੂੰ ਹਰਿਆਣਾ ਪੈਟਰਨ ਵੀ ਦੇਵਾਂਗੇ। ਸਾਨੂੰ ਤਾਂ ਹਰਿਆਣਾ ਪੈਟਰਨ ਤੱਕ ਵੀ ਨਹੀਂ ਉਹਨਾਂ ਨੇ ਦਿੱਤਾ, ਸਾਡੇ ਵਧੇ ਹੋਏ ਪੈਸੇ ਤੱਕ ਵੀ ਨਹੀਂ ਦਿੱਤੇ। ਦੱਸੋ, ਕੰਮ ਸਾਡੇ ਕੋਲ ਹਰ ਇੱਕ ਮਹਿਕਮੇ ਦਾ ਲੈਂਦੇ ਆ ਤੇ ਤਨਖਾਹਾਂ ਸਾਨੂੰ ਕੁਝ ਵੀ ਨਹੀਂ ਦਿੰਦੇ। ਇਹ ਸੀ ਹੁਣ ਤੱਕ ਦੇ ਮੁੱਖ ਸਮਾਚਾਰ। ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਵੇਖਦੇ ਰਹੋ A1 ਪੰਜਾਬੀ TV। ਧੰਨਵਾਦ।